watching this video. If you are new to this channel, kindly like, subscribe and hit the bell icon for latest updates. Thanks and enjoy. Hello students, how are you? Let's start exercise of the lesson A Hole in the Fence. Here is the activity second. Solve the crossword puzzle given below. ਹੇਠਾਂ ਦਿੱਤੀ ਹੋਈ crossword puzzle ਜਿਹੜੀ ਹੈ ਉਹ ਤੁਸੀਂ solve ਕਰਨੀ ਹੈ, ਹੱਲ ਕਰਨੀ ਹੈ. Read the hints. Hints ਨੂੰ ਪੜੋ. For the words given under across and down, ਜਿਹੜੇ ਸ਼ਬਦ ਨੀਚੇ ਦਿੱਤੇ ਹੋਏ ਹਨ ਉਹਨਾਂ ਨੂੰ ਤੁਸੀਂ across ਵੀ ਲਿਖ ਸਕਦੇ ਹੋ ਤੇ down ਵੀ ਲਿਖ ਸਕਦੇ ਹੋ, ਯਾਨੀ ਖੱਬੇ ਤੋਂ ਸੱਜੇ ਵੀ ਲਿਖ ਸਕਦੇ ਹੋ ਤੇ ਉੱਪਰ ਤੋਂ ਨੀਚੇ ਵੀ ਲਿਖ ਸਕਦੇ ਹੋ. The words are from the ਸਟੋਰੀ. ਇਹ ਸਾਰੇ ਸ਼ਬਦ ਜਿਹੜੇ ਨੇ ਸਟੋਰੀ ਵਿੱਚ ਹਨ. ਸੋ ਇਹਨਾਂ ਨੇ ਉਹਨਾਂ ਸ਼ਬਦਾਂ ਦੇ ਮੀਨਿੰਗ ਲਿਖੇ ਹੋਏ ਹਨ. ਸੋ ਆਪਾਂ ਮੀਨਿੰਗਸ ਦੇ ਵਰਡ ਲੱਭ ਕੇ ਇਸ ਕ੍ਰੋਸਵਰਡ ਪਜ਼ਲ ਵਿੱਚ ਭਰਨੇ ਹਨ. ਸਭ ਤੋਂ ਪਹਿਲਾਂ ਅਕ੍ਰੋਸ ਦੇਖਦੇ ਹਾਂ ਆਪਾਂ. 5th ਇਹ 5 ਨੰਬਰ ਤੋਂ ਸ਼ੁਰੂ ਕਰਨਾ ਹੈ ਰਾਈਟ ਸਾਈਡ ਵੱਲ. ਏਬਲ ਟੂ ਮੈਨੇਜ, ਕੰਟਰੋਲ, ਹਨਾ, CONTROL. ਨੈਕਸਟ ਫਾਈਂਡ ਸਮਥਿੰਗ ਨਿਊ, ਕੁਝ ਨਵਾਂ ਲੱਭਣਾ, ਡਿਸਕਵਰ. ਓਕੇ, ਇਹ 6 ਤੋਂ ਸ਼ੁਰੂ ਕਰ ਦੋ, DISCOVER. ਨੈਕਸਟ 7 ਤੋਂ ਸ਼ੁਰੂ ਕਰਨਾ, ਟੂ ਟੇਕ ਸਮਥਿੰਗ, ਐਕਸੈਪਟ. ਠੀਕ ਹੈ, ਪ੍ਰਵਾਨ ਕਰਨਾ. ਹੁਣ 7 ਤੋਂ ਸ਼ੁਰੂ ਕਰੋ ਤੇ ਲਿਖ ਦਿਓ ਐਕਸੈਪਟ, ACCEPT. ਨੈਕਸਟ 9 ਤੋਂ ਸ਼ੁਰੂ ਕਰਨਾ, ਬੈਰੀਅਰ. ਬੈਰੀਅਰ ਕੀ ਹੈਗਾ? ਫੈਂਸ. ਠੀਕ ਹੈ, 9 ਤੋਂ ਸ਼ੁਰੂ ਕਰ ਦੋ, FENCE. ਅੱਗੇ ਹੈ 10th, ਅ ਮਾਰਕ ਔਨ ਦਾ ਸਕਿਨ, ਸਕਾਰ. ਓਕੇ, 10th ਤੋਂ ਸ਼ੁਰੂ ਕਰੋ, ਸਕਾਰ ਲਿਖਣਾ, SCAR. ਹੁਣ ਆਪਾਂ ਡਾਊਨ ਵੱਲ ਲਿਖਣਾ, 1 ਤੋਂ ਸ਼ੁਰੂ ਕਰੋ. ਹਿਟ ਸਮਥਿੰਗ ਹਾਰਡ, ਕਿਸੇ ਚੀਜ਼ ਨੂੰ ਜ਼ੋਰ ਦੀ ਮਾਰਨਾ. ਡਰਿਵਨ, DRIVEN. ਸੈਕਿੰਡ, ਅ ਟੀਅਰ ਇਨ ਦਾ ਸਕਿਨ, ਸਕਿਨ ਦੇ ਉੱਤੇ ਕੋਈ ਟੀਅਰ ਹੋ ਜਾਣਾ, ਯਾਨੀ ਸਕਿਨ ਦਾ ਫਟ ਜਾਣਾ. ਵੂੰਡ, WOUND. ਇਹਨੂੰ ਸੈਕਿੰਡ ਤੋਂ ਸ਼ੁਰੂ ਕਰ ਲਓ. ਨੈਕਸਟ 3rd ਤੋਂ ਸ਼ੁਰੂ ਕਰਨਾ, ਨੀਚੇ ਵੱਲ ਨੂੰ, ਬਿਕੇਮ ਲੈਸਰ ਔਰ ਸਮਾਲਰ, ਛੋਟਾ ਹੋ ਜਾਣਾ. ਡਿਕਰੀਜ਼, DECREASE. ਨੈਕਸਟ ਗਾਈਡਿੰਗ ਸਮਵਨ, ਕਿਸੇ ਨੂੰ ਗਾਈਡ ਕਰਨਾ. 4th ਤੋਂ ਆਪਾਂ ਨੀਚੇ ਵੱਲ ਨੂੰ ਲਿਖਣਾ ਹੈ, ਐਡਵਾਈਜ਼ਡ, ADVISED. ਨੈਕਸਟ ਅ ਸਟੇਟ ਆਫ ਬੀਇੰਗ ਐਂਗਰੀ ਔਰ ਕਾਮ, ਸਟੇਟ ਹੁੰਦੀ ਹੈ ਹਾਲਤ, ਗੁੱਸੇ ਦੀ ਹਾਲਤ ਜਾਂ ਸ਼ਾਂਤੀ ਦੀ ਹਾਲਤ. ਉਹਨੂੰ ਆਪਾਂ ਕੀ ਕਹਾਂਗੇ? ਟੈਂਪਰ. 8th ਤੋਂ ਸ਼ੁਰੂ ਕਰ ਲਓ, TEMPER. ਨੈਕਸਟ ਐਕਟੀਵਿਟੀ 3rd, ਆਨਸਰ ਦਾ ਫੋਲੋਇੰਗ ਕੁਐਸਚਨ ਐਜ਼ ਬਰੀਫਲੀ ਐਜ਼ ਯੂ ਕੈਨ. ਜਿੰਨਾ ਛੋਟੇ ਤੋਂ ਛੋਟਾ ਹੋ ਸਕੇ ਆਨਸਰ ਤੁਸੀਂ ਇੱਥੇ ਦੇ ਸਕਦੇ ਹੋ. ਫਸਟ ਕੁਐਸਚਨ, ਵਾਈ ਡਿਡ ਦਾ ਬॉय ਹੈਵ ਨੋ ਫਰੈਂਡਸ? ਲੜਕੇ ਦੇ ਕੋਈ ਵੀ ਦੋਸਤ ਕਿਉਂ ਨਹੀਂ ਸਨ? ਬਿਕਾਜ਼ ਹੀ ਆਲਵੇਜ਼ ਯੂਜ਼ਡ bad language in a fit of anger. Second question, why were his parents worried? Because of his bad temper. Third, what task did his father give him to do? ਉਸਦੇ ਪਿਤਾ ਜੀ ਨੇ ਉਸਨੂੰ ਕਿਹੜਾ ਕੰਮ ਦਿੱਤਾ ਕਰਨ ਲਈ? To hammer a nail into the back of the fence. Next, how did it help the boy? ਇਸ ਟਾਸਕ ਨੇ ਲੜਕੇ ਦੀ ਮਦਦ ਕਿਸ ਤਰ੍ਹਾਂ ਕੀਤੀ? With this task, soon the day came when the boy did not lose his temper at all. Next, what did his father tell him after he had taken out all the nails? ਉਸਦੇ ਪਿਤਾ ਜੀ ਨੇ ਕੀ ਕਿਹਾ ਜਦੋਂ ਉਸਨੇ ਸਾਰੇ ਕਿੱਲ ਉਸ ਵਾੜ ਦੇ ਵਿੱਚੋਂ ਕੱਢ ਦਿੱਤੇ? He said that he had done well, but the fence would never be the same again. Next, what is the moral of the story? ਇਸ ਸਟੋਰੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ? The moral of the story is look before you leap, ਕਿ ਬੋਲਣ ਤੋਂ ਪਹਿਲਾਂ ਸੋਚੋ. ਜਾਂ ਤੁਸੀਂ ਲਿਖ ਸਕਦੇ ਹੋ we should use kind words to other. ਸੋ ਦੋਨੋਂ ਜਵਾਬ ਠੀਕ ਹੈ, ਜਿਹੜਾ ਮਰਜ਼ੀ ਤੁਸੀਂ ਕਰ ਸਕਦੇ ਹੋ. ਐਕਟੀਵਿਟੀ 4, true or false. ਹੁਣ ਆਪਾਂ ਦੇਖਦੇ ਹਾਂ ਕਿਹੜੀ ਕਿਹੜੀ ਸਟੇਟਮੈਂਟ ਹੈ. ਜਿਹੜੀ true ਹੈ ਉਹਦੇ ਅੱਗੇ true ਲਿਖ ਦੇਣਾ, ਜਿਹੜੀ false ਹੋਏਗੀ, ਝੂਠੀ ਹੋਏਗੀ, ਉਹਦੇ ਅੱਗੇ false ਲਿਖ ਦੇਣਾ. First, the boy had many friends. False, he had a habit of using bad language. True, his mother came up with a plan to help him. False, the boy hammered 9 nails into the fence on his first day. False, the boy never learned to control his temper. False. Next, activity 5, select the correct option and fill it in the given blank. ਹੁਣ ਆਪਾਂ ਆਪਸ਼ਨ ਜਿਹੜੀਆਂ ਨੀਚੇ 3 ਦਿੱਤੀਆਂ ਹੋਈਆਂ ਹਰ ਸਟੇਟਮੈਂਟ ਤੋਂ ਬਾਅਦ ਉਹਦੇ ਵਿੱਚੋਂ
ਵਿੱਚੋਂ ਇੱਕ ਸਹੀ ਆਪਸ਼ਨ ਪਿਕ ਕਰਨੀ ਹੈ ਤੇ ਸਟੇਟਮੈਂਟ ਦੀ ਖਾਲੀ ਥਾਂ ਵਿੱਚ ਭਰਨੀ ਹੈ। ਫਰਸਟ, the little boy was disliked by other boys. Second, the boy had no friends because he used bad language. His father thought of a task to give him. Fourth, the father asked the boy to drive a nail into the fence whenever he felt angry. Fifth, the father was able to teach him a lesson about good behavior. Next, let's learn sentence and its type. ਆਓ ਹੁਣ ਅਸੀਂ ਵਾਕ ਅਤੇ ਉਸ ਦੀਆਂ ਕਿਸਮਾਂ ਬਾਰੇ ਪੜ੍ਹਦੇ ਹਾਂ। Read the following sentences or groups of words. ਹੇਠਾਂ ਦਿੱਤੇ ਵਾਕਾਂ ਨੂੰ ਪੜ੍ਹੋ ਜਾਂ ਜਿਹੜੇ ਸ਼ਬਦਾਂ ਦੇ ਸਮੂਹ ਨੀਚੇ ਦਿੱਤੇ ਹੋਏ ਹਨ ਉਹਨਾਂ ਨੂੰ। First, Amit is a good actor. ਅਮਿਤ ਇੱਕ ਚੰਗਾ ਕਲਾਕਾਰ ਹੈ। Where are you going? ਤੁਸੀਂ ਕਿੱਥੇ ਜਾ ਰਹੇ ਹੋ? Seema works very hard. ਸੀਮਾ ਸਖਤ ਮਿਹਨਤ ਕਰਦੀ ਹੈ। What a beautiful day. ਕਿੰਨਾ ਸੋਹਣਾ ਦਿਨ ਹੈ। ਚੰਡੀਗੜ੍ਹ is the capital of Punjab. ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ। Please note that all these sentences begin with capital letters. ਕਿਰਪਾ ਕਰਕੇ ਨੋਟ ਕਰੋ ਇਹ ਸਾਰੇ ਸੈਂਟੈਂਸ ਕਿਹਦੇ ਨਾਲ ਸ਼ੁਰੂ ਹੁੰਦੇ ਨੇ? ਕੈਪੀਟਲ ਲੈਟਰਸ ਨਾਲ, ਵੱਡੇ ਅੱਖਰਾਂ ਦੇ ਨਾਲ। ਐਂਡ ਵਿਦ ਅ ਫੁੱਲ ਸਟਾਪ, ਅਤੇ ਖਤਮ ਕਿਹਦੇ ਨਾਲ ਹੁੰਦੇ ਨੇ? ਫੁੱਲ ਸਟਾਪ ਨਾਲ, ਬਿੰਦੀ ਨਾਲ। ਤੇ ਜਾਂ ਕਿਹਦੇ ਨਾਲ ਖਤਮ ਹੁੰਦੇ ਨੇ? ਅ ਕੁਐਸਚਨ ਮਾਰਕ, ਇੱਕ ਹੋਰ ਚਿੰਨ੍ਹ ਲੱਗਦਾ ਹੈ, ਔਰ ਐਨ ਐਕਸਕਲਾਮੇਸ਼ਨ ਮਾਰਕ। ਕਿਹੜਾ ਮਾਰਕ? ਐਕਸਕਲਾਮੇਸ਼ਨ, ਠੀਕ ਹੈ, ਵਿਸਰਾਮ ਚਿੰਨ੍ਹ। ਨੋਟਿਸ that these groups of words make complete sense. ਇਹ ਵੀ ਧਿਆਨ ਦਿਓ ਕਿ ਇਸ ਵਾਕ ਦਾ ਪੂਰਾ ਮਤਲਬ ਬਿਲਕੁਲ ਸਾਨੂੰ ਸਪਸ਼ਟ ਮਿਲਦਾ ਹੈ। Now read the following group of words. ਹੁਣ ਨੀਚੇ ਕੁਝ group of words ਦਿੱਤੇ ਹੋਏ ਹਨ, ਹੁਣ ਉਹਨਾਂ ਨੂੰ ਪੜੋ। Pot, flowers, the, are, in. Do these words make sense? ਕੀ ਇਹਨਾਂ words ਨੂੰ ਇਕੱਠਿਆਂ ਕਰਕੇ ਕੋਈ ਮਤਲਬ ਨਿਕਲਦਾ? No, they are merely 6 words. ਇਹ ਲਗਭਗ 6 word ਹਨ that do not make any sense, ਜਿਹੜੇ ਕੋਈ ਵੀ ਮਤਲਬ ਸਾਨੂੰ ਨਹੀਂ ਦਿੰਦੇ। Now read the same words in another order. ਹੁਣ ਅਸੀਂ ਇਹਨਾਂ ਨੂੰ ਇੱਕ ਤਰਤੀਬ ਵਿੱਚ ਰੱਖਦੇ ਹਾਂ। ਹੁਣ ਇਹਨਾਂ ਨੂੰ ਪੜੋ। The flowers are in the pot. ਕਿ ਫੁੱਲ ਪੋਟ ਦੇ ਵਿੱਚ ਹਨ। Do these words make sense? ਕੀ ਇਹਨਾਂ ਦਾ ਕੋਈ ਮਤਲਬ ਹੁਣ ਨਿਕਲਦਾ? Yes, they make complete sense. ਹਾਂ, ਇਹਨਾਂ ਦਾ ਪੂਰਾ ਮਤਲਬ ਨਿਕਲਦਾ ਹੈ। Therefore, ਇਸ ਕਰਕੇ we see, ਅਸੀਂ ਦੇਖਦੇ ਹਾਂ that a sentence is formed ਕਿ ਵਾਕ ਉਦੋਂ ਬਣਦਾ ਹੈ when words are placed in a proper order, ਕਿ ਜਦੋਂ ਸ਼ਬਦ ਇੱਕ ਖਾਸ ਤਰਤੀਬ ਵਿੱਚ ਹੋਣ। A sentence is a group of words that makes complete sense. ਇਸ ਤਰ੍ਹਾਂ ਵਾਕ ਕੀ ਹੈ? ਵਾਕ ਇੱਕ ਸ਼ਬਦਾਂ ਦਾ ਸਮੂਹ ਹੈ ਜਿਹੜੇ ਇਕੱਠੇ ਹੋ ਕੇ ਇੱਕ ਮਤਲਬ ਸਾਡੇ ਸਾਹਮਣੇ ਸਪਸ਼ਟ ਕਰਦੇ ਹਨ। The 3 things you must remember about a sentence are that. 3 ਚੀਜ਼ਾਂ ਇੱਕ ਵਾਕ ਲਈ ਜਿਹੜੀਆਂ ਕਿ ਤੁਸੀਂ ਯਾਦ ਰੱਖਣੀਆਂ ਹਨ, ਉਹ ਕਿਹੜੀਆਂ ਹਨ? First, the words must be placed in proper order to make a complete sense. ਤੋਂ ਪਹਿਲਾਂ ਤਾਂ ਇਹੀ ਹੋ ਗਿਆ ਕਿ ਸ਼ਬਦਾਂ ਦੀ ਤਰਤੀਬ ਠੀਕ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਮਤਲਬ ਪੂਰਾ ਨਿਕਲ ਸਕੇ। Second ਕੀ ਹੈ? The first word must begin with a capital letter. ਦੂਜਾ ਰੂਲ ਉਹਦਾ ਇਹ ਹੈ ਕਿ ਪਹਿਲਾ ਅੱਖਰ ਉਹਦਾ ਕੈਪੀਟਲ ਹੋਣਾ ਚਾਹੀਦਾ ਹੈ। ਤੀਸਰਾ ਰੂਲ ਕੀ ਹੈ? ਕਿ ਉਹ ਖਤਮ ਫੁੱਲ ਸਟਾਪ ਨਾਲ ਹੋਣ, ਜਾਂ ਉਹਨਾਂ ਦੇ ਪਿੱਛੇ ਕੁਐਸਚਨ ਮਾਰਕ ਲੱਗਿਆ ਹੋਵੇ ਜਾਂ ਐਕਸਕਲਾਮੇਸ਼ਨ ਮਾਰਕ ਲੱਗਿਆ ਹੋਵੇ। ਜੇ ਇਹ ਨਹੀਂ ਲੱਗਿਆ ਹੋਵੇਗਾ ਤਾਂ ਸੈਂਟੈਂਸ ਪੂਰਾ ਨਹੀਂ ਹੋਏਗਾ। Activity 6. Rearrange the following groups of words and punctuate to make meaningful sentences. ਹੁਣ ਨੀਚੇ ਕੁਝ ਸ਼ਬਦ ਦਿੱਤੇ ਹੋਏ ਹਨ, ਇਹਨਾਂ ਨੂੰ ਆਪਾਂ ਰੀਅਰੇਂਜ ਕਰਨਾ, ਦੁਬਾਰਾ ਤਰਤੀਬਬੱਧਤਾ ਵਿੱਚ ਲੈ ਕੇ ਆਉਣਾ ਹੈ ਤਾਂ ਕਿ ਇਹਨਾਂ ਦਾ ਕੁਝ ਮਤਲਬ ਨਿਕਲ ਸਕੇ। ਤੇ ਨਾਲ ਇਹਨਾਂ ਨੂੰ ਪੰਕਚੁਏਟ ਵੀ ਕਰਨਾ। ਪੰਕਚੁਏਟ ਮਤਲਬ ਜਿੱਥੇ ਕੋਈ ਵੱਡਾ ਅੱਖਰ ਲਗਾਉਣ ਵਾਲਾ ਹੈ ਵੱਡਾ ਲਗਾ ਦੇਣਾ, ਕੋਮਾ ਪੈਣ ਵਾਲਾ, ਫੁੱਲ ਸਟਾਪ ਪੈਣ ਵਾਲਾ, ਜਾਂ ਕੁਐਸਚਨ ਮਾਰਕ ਜਾਂ ਸਾਈਨ ਆਫ ਐਕਸਕਲਾਮੇਸ਼ਨ ਮਾਰਕ ਪੈਣ ਵਾਲਾ, ਉੱਥੇ ਆਪਾਂ ਉਹ ਫਿਕਸ ਕਰ ਦੇਣਾ। ਠੀਕ, ਸਟਾਰਟ। ਫਰਸਟ ਹੈ ਫੈਰੋਸ਼ੀਅਸ ਲਾਇਨਸ ਐਨੀਮਲਸ ਆਰ। ਠੀਕ ਹੈ, ਫੈਰੋਸ਼ੀਅਸ ਹੁੰਦਾ ਹਮਲਾਵਰ, ਕਰੂਰ, ਜਿਨ੍ਹਾਂ 'ਚ ਦਇਆ ਭਾਵ ਨਾ ਹੋਵੇ। ਠੀਕ ਹੈ, ਸੋ ਠੀਕ ਅਰੇਂਜਮੈਂਟ ਕੀ ਹੋਏਗਾ? ਲਾਇਨਸ ਆਰ ਫੈਰੋਸ਼ੀਅਸ ਐਨੀਮਲਸ। ਸੋ ਲਾਇਨਸ ਦਾ ਐਲ ਵੱਡਾ ਤੇ ਫੈਰੋਸ਼ੀਅਸ ਐਨੀਮਲਸ ਤੋਂ ਬਾਅਦ ਕੀ ਆਊਗਾ? ਫੁੱਲ ਸਟਾਪ। ਸੈਕਿੰਡ, ਲਵ ਗ੍ਰੈਂਡ ਪੇਰੈਂਟਸ ਮਾਈ ਮੀ ਲੋਟ। ਮਾਈ ਗ੍ਰੈਂਡ ਪੇਰੈਂਟਸ, ਮਾਈ ਦਾ ਐਮ ਵੱਡਾ। ਠੀਕ ਹੈ, ਮਾਈ ਗ੍ਰੈਂਡ ਪੇਰੈਂਟਸ ਲਵ ਮੀ ਲੋਟ, ਫੁੱਲ ਸਟਾਪ। ਥਰਡ, ਇਜ਼ ਮਾਈ ਬੈਸਟ ਰਾਜਨ ਫਰੈਂਡ। ਓਕੇ, ਸੋ ਰਾਜਨ ਦਾ ਆਰ ਵੱਡਾ, ਰਾਜਨ ਇਜ਼ ਮਾਈ ਬੈਸਟ ਫਰੈਂਡ, ਫੁੱਲ ਸਟਾਪ। ਮਰਕਰੀ ਸਿਸਟਮ ਇਨ ਇਜ਼ ਦਾ ਹੋਟੈਸਟ ਦਾ ਪਲੈਨਟ ਸੋਲਰ। ਓਕੇ, ਸੋ ਇਹਨੂੰ ਕੀ ਕਰਾਂਗੇ? ਮਰਕਰੀ ਇਜ਼ ਦਾ hottest planet in the solar system, full stop. Is the Ganges sacred a river? The Ganges, the T vada, the Ganges is a sacred river, full stop. Activity 7. Make meaningful sentences by using the following words. ਹੁਣ ਹੇਠਾਂ ਦਿੱਤੇ ਹੋਏ ਸ਼ਬਦਾਂ ਨੂੰ ਮਿਲਾ ਕੇ meaningful sentences ਬਣਾਓ।
First, building, it is a big building. Second, chair, it is a wooden chair. Third, dance, she dances very well. Yeah, I dance very well. Fourth, walk, walk carefully, ਧਿਆਨ ਨਾਲ ਚੱਲੋ. Fifth, dictionary, it is an old dictionary. ਇਹ ਪੁਰਾਣੀ ਡਿਕਸ਼ਨਰੀ ਹੈ. Types of sentences, ਹੁਣ ਆਪਾਂ sentences ਬਾਰੇ ਤਾਂ ਆਮ ਪੜ੍ਹ ਲਿਆ, ਹੁਣ ਆਪਾਂ ਦੇਖਦੇ ਹਾਂ ਕਿ ਇਹਦੇ ਪ੍ਰਕਾਰ ਕਿਹੜੇ-ਕਿਹੜੇ ਹੁੰਦੇ ਹਨ. Sentences are of 4 types, 4 ਤਰ੍ਹਾਂ ਦੇ sentences ਹੁੰਦੇ ਹਨ. First ਹੈ declarative, second ਹੈ interrogative, third ਹੈ imperative and fourth ਕੀ ਹੈ exclamatory. Declarative ਹੁੰਦਾ ਜਦੋਂ ਅਸੀਂ ਕੋਈ ਗੱਲ declare ਕਰ ਦਿੰਦੇ ਹਾਂ, ਠੀਕ ਹੈ, ਕਿਸੇ ਨੂੰ ਕੋਈ ਗੱਲ ਦੱਸਦੇ ਹਾਂ. Interrogative ਹੁੰਦਾ ਕਿਸੇ ਨੂੰ ਕੋਈ ਜਦੋਂ ਪ੍ਰਸ਼ਨ ਪੁੱਛਦੇ ਹਾਂ. Imperative ਹੁੰਦਾ ਜਦੋਂ ਅਸੀਂ ਕਿਸੇ ਨੂੰ ਕੋਈ ਰਿਕੁਐਸਟ ਕਰਦੇ ਹਾਂ ਜਾਂ ਕਮਾਂਡ ਦਿੰਦੇ ਹਾਂ. Exclamatory ਹੁੰਦਾ ਜਦੋਂ ਸਾਡੇ ਅੰਦਰ ਕੋਈ ਇੱਕਦਮ ਹਾਵ ਭਾਵ ਆਉਂਦਾ ਤੇ ਅਸੀਂ ਉਹਨੂੰ ਬਿਆਨ ਕਰਨਾ ਹੋਵੇ, ਠੀਕ ਹੈ, ਕਿੰਨਾ ਸੋਹਣਾ ਮੌਸਮ ਹੈ, ਵਾਹ ਅਸੀਂ ਜਿੱਤ ਗਏ, ਠੀਕ ਹੈ. ਸੋ ਉਹ ਜੇ ਵਾਕਾਂ ਨੂੰ ਅਸੀਂ ਕਹਿੰਦੇ ਆ ਐਕਸਕਲਾਮੇਟਰੀ, ਅਸੀਂ ਆਪਣੇ ਹਾਵ ਭਾਵ ਬਿਆਨ ਕਰਨ ਲਈ ਜਿਹੜੇ ਵਾਕ ਬੋਲਦੇ ਹਾਂ, ਠੀਕ. ਇੱਕ ਇੱਕ ਕਰਕੇ ਆਪਾਂ ਇਹਦਾ ਇੰਗਲਿਸ਼ ਵਿੱਚ ਪੜ੍ਹਦੇ ਹਾਂ. ਫਰਸਟ ਹੈ ਡਿਕਲੇਅਰੇਟਿਵ ਸੈਂਟੈਂਸਸ, ਟੈਲ ਸਮਥਿੰਗ ਔਰ ਮੇਕ ਅ ਸਟੇਟਮੈਂਟ. ਜਿੱਦਾਂ ਕਿ ਦੱਸਿਆ ਕਿ ਡਿਕਲੇਅਰੇਟਿਵ ਸੈਂਟੈਂਸਸ ਕਿਹੜੇ ਹੁੰਦੇ ਨੇ, ਜਿਹੜੇ ਕਿ ਸਾਨੂੰ ਕੁਝ ਦੱਸਦੇ ਹਨ ਜਾਂ ਕੁਝ ਆਪਣਾ ਬਿਆਨ ਦਿੰਦੇ ਹਨ, ਠੀਕ ਹੈ. ਦੇ ਯੂਜ਼ ਅ ਫੁੱਲ ਸਟਾਪ ਐਟ ਦਾ ਐਂਡ ਆਫ ਈਚ ਸੈਂਟੈਂਸ. ਉਹਦੇ ਵਿੱਚ ਕੀ ਹੁੰਦਾ ਹੈ, ਹਰ ਸੈਂਟੈਂਸ ਦੇ ਅਖੀਰ ਵਿੱਚ ਫੁੱਲ ਸਟਾਪ ਲੱਗਦਾ. ਇੰਟਰੋਗੇਟਿਵ ਸੈਂਟੈਂਸਸ ਆਸਕ ਅ ਕੁਐਸਚਨ, ਇੱਕ ਕੁਐਸਚਨ ਪੁੱਛਦੇ ਹਨ, ਠੀਕ ਹੈ. ਦੇ ਯੂਜ਼ ਅ ਕੁਐਸਚਨ ਮਾਰਕ ਐਟ ਦਾ ਐਂਡ ਆਫ ਈਚ ਸੈਂਟੈਂਸ, ਆਖਿਰ ਵਿੱਚ ਕੀ ਲੱਗਦਾ, ਕੁਐਸਚਨ ਮਾਰਕ. ਥਰਡ, ਇੰਪੈਰੇਟਿਵ ਸੈਂਟੈਂਸਸ. ਇੰਪੈਰੇਟਿਵ ਸੈਂਟੈਂਸਸ ਆਰ ਈਦਰ ਰਿਕੁਐਸਟਸ ਔਰ ਕਮਾਂਡਸ. ਜਿਹੜੇ ਇੰਪੈਰੇਟਿਵ ਸੈਂਟੈਂਸ ਹੁੰਦੇ ਨੇ ਜਾਂ ਤਾਂ ਰਿਕੁਐਸਟ ਕਰਨ ਲਈ ਵਰਤੇ ਜਾਂਦੇ ਹਨ ਜਾਂ ਇੱਕ ਕਮਾਂਡ ਦੇਣ ਲਈ, ਦਿਸ਼ਾ ਨਿਰਦੇਸ਼ ਦੇਣ ਲਈ. ਦੇ ਟੈਲ ਸਮਵਨ ਟੂ ਡੂ ਸਮਥਿੰਗ. ਉਹ ਇਹ ਸੈਂਟੈਂਸ ਕਹਿੰਦੇ ਹਨ ਕਿਸੇ ਨੂੰ ਕਿ ਇਹ ਕੰਮ ਕਰੋ. ਦੇ ਆਲਸੋ ਐਂਡ ਵਿਦ ਅ ਫੁੱਲ ਸਟਾਪ. ਇਹ ਵੀ ਫੁੱਲ ਸਟਾਪ ਦੇ ਨਾਲ ਐਂਡ ਹੁੰਦੇ ਹਨ. ਐਕਸਕਲਾਮੇਟਰੀ ਸੈਂਟੈਂਸਸ ਸ਼ੋ ਆਫ ਫੀਲਿੰਗ ਐਂਡ ਯੂਜ਼ ਐਨ ਐਕਸਕਲਾਮੇਸ਼ਨ ਮਾਰਕ ਐਟ ਦਾ ਐਂਡ ਆਫ ਅ ਸੈਂਟੈਂਸ. ਐਕਸਕਲਾਮੇਸ਼ਨ ਸੈਂਟੈਂਸਸ ਕਿਹੜੇ ਹੁੰਦੇ, ਜਿਹੜੇ ਤੁਹਾਡੀ ਫੀਲਿੰਗ ਸ਼ੋ ਕਰਨ ਵਾਲੇ ਹੁੰਦੇ ਹਨ ਤੇ ਇਹਨਾਂ ਦੇ ਅਖੀਰ ਵਿੱਚ ਸਾਈਨ ਆਫ ਐਕਸਕਲਾਮੇਸ਼ਨ ਲੱਗਦਾ ਹੈ, ਠੀਕ ਹੈ, ਵਿਸਮਿਕ ਚਿੰਨ੍ਹ ਲੱਗਦਾ ਹੈ. ਐਕਟੀਵਿਟੀ 8, ਆਇਡੈਂਟੀਫਾਈ ਦ ਟਾਈਪ ਆਫ ਦ ਸੈਂਟੈਂਸ ਐਂਡ ਰਾਈਟ ਇਟ ਇਨ ਦ ਗਿਵਨ ਸਪੇਸ. ਹੁਣ ਆਪਾਂ ਦੇਖਾਂਗੇ ਕਿ ਨੀਚੇ ਇਹਨਾਂ ਚਾਰਾਂ ਸੈਂਟੈਂਸਸ ਦੇ ਵਿੱਚੋਂ ਕਿਹੜੇ ਸੈਂਟੈਂਸ ਹਨ ਤੇ ਆਪਾਂ ਉਹਨਾਂ ਦਾ ਨਾਮ ਸਾਹਮਣੇ ਲਿਖ ਦੇਣਾ ਹੈ. ਫਰਸਟ, ਪਿੱਛੇ ਕੁਐਸਚਨ ਮਾਰਕ ਲੱਗਿਆ, ਇਹਦਾ ਮਤਲਬ ਹੈ ਇੰਟਰੋਗੇਟਿਵ ਸੈਂਟੈਂਸ ਹੈ, ਠੀਕ ਹੈ. ਵਿਲ ਦ ਗੈਸਟ ਬੀ ਲੇਟ, ਕੀ ਮਹਿਮਾਨ ਲੇਟ ਹੋਣਗੇ. ਸੈਕਿੰਡ, ਸ਼ੀ ਸਕੋਰਡ ਅ ਸੈਂਚੁਰੀ. ਹੁਣ ਇਹਦੇ ਵਿੱਚ ਇੱਕ ਬਿਆਨ ਦਿੱਤਾ ਹੋਇਆ, ਤੁਹਾਨੂੰ ਇੱਕ ਗੱਲ ਦੱਸੀ ਗਈ ਹੈ, ਸੋ ਇਹ ਕੀ ਹੈ, ਡਿਕਲੇਅਰੇਟਿਵ ਸੈਂਟੈਂਸ. ਥਰਡ, ਆਈ ਹੈਵ ਕੰਪਲੀਟਡ ਮਾਈ ਵਰਕ. ਸੋ ਇੱਥੇ ਵੀ ਕੀ ਕੀਤਾ, ਇੱਕ ਬਿਆਨ ਦਿੱਤਾ ਗਿਆ, ਇੱਕ ਸਟੇਟਮੈਂਟ ਦਿੱਤੀ ਹੈ, ਡਿਕਲੇਅਰੇਟਿਵ. ਫੋਰਥ, ਰੀਡ ਦਿਸ ਬੁੱਕ ਨਾਓ. ਇੱਥੇ ਇੱਕ ਕਮਾਂਡ ਦਿੱਤੀ ਗਈ ਹੈ, ਠੀਕ ਹੈ, ਇਹ ਕੀ ਹੋ ਗਿਆ, ਇੰਪੈਰੇਟਿਵ. ਫਿਫਥ, ਦ ਟ੍ਰਿਪ ਵਾਜ਼ ਐਕਸਾਈਟਿੰਗ. ਹੁਣ ਉਹਨੇ ਆਪਣੀ ਐਕਸਾਈਟਮੈਂਟ ਸ਼ੋ ਕੀਤੀ ਹੈ, ਇਹਦਾ ਮਤਲਬ ਹੈ ਐਕਸਕਲਾਮੇਟਰੀ ਸੈਂਟੈਂਸ ਹੈ, ਓਕੇ, ਕਿਉਂਕਿ ਪਿੱਛੇ ਵੀ ਕਿਹੜਾ ਸਾਈਨ ਲੱਗਿਆ ਹੋਇਆ, ਸਾਈਨ ਆਫ ਐਕਸਕਲਾਮੇਸ਼ਨ. ਸਿਕਸਥ, ਹੂ ਵੈਂਟ ਟੂ ਦਿੱਲੀ, ਕੁਐਸਚਨ ਮਾਰਕ, ਠੀਕ ਹੈ, ਇੰਟਰੋਗੇਟਿਵ. ਸੈਵਨਥ, ਸ਼ਟ ਦ ਡੋਰ, ਕਮਾਂਡ ਦਿੱਤੀ ਹੈ ਨਾ ਤੁਹਾਨੂੰ, ਸੋ ਇਹ ਕੀ ਹੋਏਗਾ, ਇੰਪੈਰੇਟਿਵ. ਏਟਥ, ਵਾਟ ਅ ਕਿਊਟ ਡੌਗ, ਸਾਈਨ ਆਫ ਐਕਸਕਲਾਮੇਸ਼ਨ, ਕਿਹੜਾ ਸੈਂਟੈਂਸ ਆਏਗਾ, ਐਕਸਕਲਾਮੇਟਰੀ ਸੈਂਟੈਂਸ. 9, ਬਟਰ ਇਜ਼ ਬੈਟਰ ਦੈਨ ਜੈਮ. ਸੋ ਇਹ ਵੀ ਕੀ ਹੈ, ਇੱਕ ਸਟੇਟਮੈਂਟ ਦਿੱਤੀ ਹੋਈ ਹੈ, ਇਹ ਡਿਕਲੇਅਰੇਟਿਵ ਆ ਗਿਆ. 10th, ਬ੍ਰਸ਼ ਯੂਅਰ ਟੀਥ, ਇਹ ਤੁਹਾਨੂੰ ਇੱਕ ਕਮਾਂਡ ਦਿੱਤੀ ਹੈ, ਠੀਕ ਹੈ, ਇਹ ਵੀ ਕੀ ਹੋ ਗਿਆ, ਇੰਪੈਰੇਟਿਵ. ਐਕਟੀਵਿਟੀ 9, ਆਇਡੈਂਟੀਫਾਈ ਈਚ ਟਾਈਪ ਆਫ ਸੈਂਟੈਂਸ ਐਂਡ ਐਕਸਪਲੇਨ ਯੂਅਰ ਆਨਸਰ. ਹੁਣ ਨੀਚੇ ਪਹਿਲਾਂ ਸੈਂਟੈਂਸ ਨੂੰ ਆਇਡੈਂਟੀਫਾਈ ਕਰਨਾ ਹੈ, ਪਹਿਚਾਨਣਾ ਹੈ ਵੀ ਕਿਹੜਾ ਸੈਂਟੈਂਸ ਹੈ, ਫਿਰ ਤੁਸੀਂ ਐਕਸਪਲੇਨ ਕਰਨਾ ਹੈ ਕਿ ਤੁਸੀਂ ਇਹ ਜਵਾਬ ਕਿੱਦਾਂ ਲੱਭਿਆ, ਠੀਕ. ਦ ਸਟੂਡੈਂਟਸ ਵੈਂਟ ਟੂ ਐਨ ਐਜੂਕੇਸ਼ਨਲ ਟ੍ਰਿਪ. ਵਿਦਿਆਰਥੀ ਇੱਕ ਐਜੂਕੇਸ਼ਨਲ ਟ੍ਰਿਪ ਤੇ ਗਏ. ਸੋ ਇਹ ਹੋਇਆ ਡਿਕਲੇਅਰੇਟਿਵ ਸੈਂਟੈਂਸ. ਰੀਜ਼ਨ ਕੀ ਹੈ ਕਿ ਇਹ ਸਟੇਟਮੈਂਟ ਸਾਨੂੰ ਕੁਝ ਦੱਸ ਰਹੀ ਹੈ ਤੇ ਇਹਦੇ ਅਖੀਰ 'ਚ ਕੀ ਲੱਗਿਆ ਹੋਇਆ, ਫੁੱਲ ਸਟਾਪ. ਸੋ ਦੋਨੋਂ ਚੀਜ਼ਾਂ ਤੁਸੀਂ ਲਿਖ ਸਕਦੇ ਹੋ. ਇਟ ਇਜ਼ ਟੈਲਿੰਗ ਅਸ ਸਮਥਿੰਗ ਐਂਡ ਹੈਜ਼ ਅ ਫੁੱਲ ਸਟਾਪ ਐਟ ਦ ਐਂਡ. ਸੈਕਿੰਡ, ਸ਼ੈਲ ਵੀ ਗੋ ਟੂ ਦ ਥੰਡਰ ਜ਼ੋਨ ਥੀਮ ਪਾਰਕ, ਕੁਐਸਚਨ ਮਾਰਕ. ਟਾਈਪ ਕਿਹੜਾ ਹੋਇਆ, ਇੰਟਰੋਗੇਟਿਵ, ਬਿਕੋਜ਼ ਇਟ ਇਜ਼ ਆਸਕਿੰਗ ਅ ਕੁਐਸਚਨ ਐਂਡ ਹੈਜ਼ ਅ ਕੁਐਸਚਨ ਮਾਰਕ ਐਟ ਦ ਐਂਡ. ਥਰਡ, ਵੀ ਮਸਟ ਟਰਾਈ ਟੂ ਬੀ ਔਨ ਆਵਰ ਬੈਸਟ ਬਿਹੇਵੀਅਰ ਫॉर द नेक्स्ट 2 months. ਸਾਨੂੰ ਅਗਲੇ 2 ਮਹੀਨਿਆਂ ਲਈ ਆਪਣੇ ਸਭ ਤੋਂ ਵਧੀਆ ਵਰਤਾਓ ਵਿੱਚ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ. ਸੋ ਇਹ ਕੀ ਦਿੱਤਾ, ਤੁਹਾਨੂੰ ਕਮਾਂਡ ਦਿੱਤੀ ਹੋਈ ਹੈ, ਠੀਕ ਹੈ. ਸੋ ਇਹ ਕੀ ਹੋ ਗਿਆ, ਇੰਪੈਰੇਟਿਵ ਸੈਂਟੈਂਸ. ਰੀਜ਼ਨ, ਬਿਕੋਜ਼ ਇਟ ਇਜ਼ ਅ ਕਮਾਂਡਿੰਗ ਸੈਂਟੈਂਸ ਐਂਡ ਫੁੱਲ ਸਟਾਪ ਐਟ ਦ ਐਂਡ. ਫੋਰਥ, ਦ ਡੌਗ ਏਟ ਦ ਬਿਸਕਿਟ, ਡਿਕਲੇਅਰੇਟਿਵ, ਬਿਕੋਜ਼ ਇਟ ਇਜ਼ ਟੈਲਿੰਗ ਸਮਥਿੰਗ ਐਂਡ ਫੁੱਲ ਸਟਾਪ ਐਟ ਦ ਐਂਡ. ਫਿਫਥ, ਵਾਓ ਆਈ ਹੈਵ ਵਨ ਦ ਲੋਟਰੀ, ਸਾਈਨ ਆਫ ਐਕਸਕਲਾਮੇਸ਼ਨ. ਟਾਈਪ ਕੀ ਹੋਇਆ, exclamatory sentence. Reason, because it is showing emotions and exclamation sign at the end. Sixth, how far away is the park from the school, question mark. Type ਕਿਹੜੀ ਹੋਈ, interrogative sentence. Reason,
because it is a question and question mark at the end. 7th, let's go back soon or we will miss the train, sign of exclamation mark. ਹੁਣ ਇਹਦੇ ਪਿੱਛੇ sign of exclamation ਲੱਗਿਆ, ਓਕੇ। sign of exclamation ਉਦੋਂ ਲੱਗਦਾ ਹੈ ਜਦੋਂ ਅਸੀਂ ਆਪਣੀ ਫੀਲਿੰਗ ਦੱਸਣੀ ਹੋਵੇ ਜਾਂ ਕਿਸੇ ਕਾਲ ਵਿੱਚ ਹੋਈਏ ਜਾਂ ਕੋਈ ਈਗਰਨੈਸ ਸ਼ੋ ਕਰ ਰਹੇ ਹੋਈਏ, ਠੀਕ ਹੈ, ਕਿ ਇੱਕਦਮ ਜਦੋਂ ਸਾਡੇ ਅੰਦਰ ਕੋਈ ਫੀਲਿੰਗ ਉਤਪੰਨ ਹੁੰਦੀ ਹੈ। ਇਹਦਾ ਮਤਲਬ ਜਿਹੜਾ ਇਹ ਸੈਂਟੈਂਸ ਬੋਲਿਆ ਗਿਆ ਬੜੀ ਕਾਲ ਵਿੱਚ ਬੋਲਿਆ ਗਿਆ ਕਿ ਲੈਟਸ ਗੋ ਬੈਕ ਸੂਨ or we will miss the train, ਓਕੇ। ਇਹਦਾ ਮਤਲਬ ਉਹ ਐਕਸਾਈਟਮੈਂਟ ਵਿੱਚ ਬੋਲਿਆ ਗਿਆ, ਤਾਂ ਕਰਕੇ ਪਿੱਛੇ ਸਾਈਨ ਆਫ ਐਕਸਕਲੇਮੇਸ਼ਨ ਲਗਾਇਆ, ਓਕੇ। ਸੋ ਟਾਈਪ ਕਿਹੜੀ ਹੋ ਜਾਏਗੀ? ਐਕਸਕਲੇਮੇਟਰੀ ਸੈਂਟੈਂਸ। ਰੀਜ਼ਨ ਬਿਕੋਜ਼ ਇਟ ਇਜ਼ ਸ਼ੋਇੰਗ ਇਮੋਸ਼ਨਸ ਐਂਡ ਐਕਸਕਲੇਮੇਸ਼ਨ ਮਾਰਕ ਐਟ ਦ ਐਂਡ। 8th, ਸਟਾਪ ਆਸਕਿੰਗ ਕੁਐਸਚਨਸ। ਸੋ ਵੀ ਇੱਕ ਕਮਾਂਡ ਦਿੱਤੀ ਹੋਈ ਹੈ, ਸੋ ਇਹ ਵੀ ਕੀ ਹੋਏਗਾ? ਇੰਪੈਰੇਟਿਵ। ਰੀਜ਼ਨ ਬਿਕੋਜ਼ ਇਟ ਇਜ਼ ਅ ਕਮਾਂਡਿੰਗ ਸੈਂਟੈਂਸ ਐਂਡ has a full stop at the end. 9th, let's go to the party, sign of exclamation. So ਇੱਥੇ ਵੀ ਦੇਖੋ sign of exclamation mark ਲੱਗਿਆ। ਜੇ ਇਹ ਮਾਰਕ ਨਾ ਲੱਗਿਆ ਹੁੰਦਾ ਫਿਰ ਇੱਕ ਸਿੰਪਲ ਸੁਜੈਸ਼ਨ ਸੀ ਕਿ ਆਓ ਪਾਰਟੀ ਤੇ ਚੱਲੀਏ, ਠੀਕ ਹੈ, ਫਿਰ ਉਹ ਆ ਜਾਣਾ ਸੀ ਇੰਪੈਰੇਟਿਵ। ਪਰ ਹੁਣ ਇੱਥੇ ਐਕਸਕਲੇਮੇਸ਼ਨ ਮਾਰਕ ਲੱਗ ਗਿਆ, ਇਹਦਾ ਮਤਲਬ ਕਿਸੇ ਨੇ ਐਕਸਾਈਟਮੈਂਟ ਵਿੱਚ ਕਿਹਾ, ਆਪਣੀ ਇਮੋਸ਼ਨ ਸ਼ੋ ਕਰਦੇ ਕਿਹਾ, hey let's go to the party, ਠੀਕ ਹੈ। ਸੋ ਕਿਹੜੀ ਟਾਈਪ ਹੋ ਗਈ? exclamatory sentence. Reason because it is showing emotion and sign of exclamation at the end. The students wondered why they were going to the amusement park. So ਇਹ ਵੀ ਇੱਕ ਸਟੇਟਮੈਂਟ ਦਿੱਤੀ ਗਈ ਹੈ, ਇੱਕ ਦੱਸਿਆ ਗਿਆ ਕਿ ਸਟੂਡੈਂਟਸ ਹੈਰਾਨ ਹੋਏ। ਸੋ ਇਹ ਕੀ ਆ ਜਾਏਗਾ? ਡਿਕਲੇਰੇਟਿਵ because it is telling us something and has full stop at the end. Now activity 10, listen to your teacher's instructions on how to grow a plant. ਆਪਣੇ ਟੀਚਰ ਦੀ instructions ਯਾਨੀ ਹਦਾਇਤਾਂ ਸੁਣੋ ਕਿ ਪੌਦਾ ਕਿੱਦਾਂ ਉਗਾਈਦਾ ਹੈ। Try to write as you listen. ਲਿਖਣ ਦੀ ਕੋਸ਼ਿਸ਼ ਕਰੋ ਜਿੱਦਾਂ ਤੁਸੀਂ ਸੁਣਦੇ ਹੋ। After 5 minutes, 5 ਮਿੰਟ ਬਾਅਦ your teacher will speak again. ਤੁਹਾਡਾ ਟੀਚਰ ਦੁਬਾਰਾ ਬੋਲੇਗਾ। Complete your activity while listening to the process the second time. ਉਦੋਂ ਤੁਸੀਂ ਆਪਣੀ ਐਕਟੀਵਿਟੀ ਨੂੰ ਕੰਪਲੀਟ ਕਰਨਾ ਹੈ ਜਦੋਂ ਟੀਚਰ ਦੂਜੀ ਵਾਰ ਇਹ ਸਾਰਾ ਪ੍ਰੋਸੈਸ ਬੋਲੇਗਾ। ਸੋ ਇਹਦੇ ਲਈ ਚਾਹੀਦਾ ਕੀ ਹੈ? You will need seeds of your choice. ਤੁਹਾਨੂੰ ਆਪਣੀ ਮਰਜ਼ੀ ਦੇ ਬੀਜ ਚਾਹੀਦੇ ਹਨ, such as pumpkin seed, ਜਿੱਦਾਂ ਕਿ ਪੰਪਕਿਨ ਦੇ ਹੋ ਜਾਣ, ਕੱਦੂ ਦੇ, ਸਨਫਲਾਵਰ ਸੀਡਸ, ਸੂਰਜਮੁਖੀ ਦੇ ਫੁੱਲਾਂ ਦੇ ਬੀਜ, ਲੀਮਾ ਬੀਨਸ ਯਾਨੀ ਕੋਈ ਫਲੀਆਂ, ਸੇਮ ਫਲੀਆਂ ਜਿਵੇਂ ਹੁੰਦੀਆਂ ਉਹਨਾਂ ਦੇ ਬੀਜ, ਔਰ ਪਿੰਟੋ ਬੀਨਸ ਯਾਨੀ ਰਾਜਮਾ ਦੇ ਬੀਜ। ਸੈਕਿੰਡ, ਗੁੱਡ ਕੁਆਲਿਟੀ ਸੋਇਲ, ਤੁਹਾਨੂੰ ਅੱਛੀ ਕੁਆਲਿਟੀ ਦੀ ਮਿੱਟੀ ਚਾਹੀਦੀ ਹੈ। ਥਰਡ, ਅ ਕੰਟੇਨਰ ਟੂ ਹੋਲਡ ਦਾ ਸੋਇਲ ਐਂਡ ਯੋਰ ਸੀਡਸ, ਇੱਕ ਕੰਟੇਨਰ ਜਾਂ ਗਮਲਾ ਚਾਹੀਦਾ ਹੈ ਜਿਹਦੇ ਵਿੱਚ ਤੁਸੀਂ ਆਪਣੇ ਬੀਜ ਤੇ ਮਿੱਟੀ ਰੱਖ ਸਕੋ। ਫੋਰਥ, ਵਾਟਰ, ਪਾਣੀ ਚਾਹੀਦਾ ਹੈ। ਫਿਫਥ, ਲਾਈਟ ਐਂਡ ਹੀਟ, ਸੂਰਜ ਦੀ ਗਰਮੀ ਚਾਹੀਦੀ ਹੈ ਤੇ ਪ੍ਰਕਾਸ਼ ਚਾਹੀਦਾ ਹੈ। ਸੋ ਆਓ ਅਸੀਂ ਹੁਣ ਟੀਚਰਸ ਦੀਆਂ ਇਨਸਟਰਕਸ਼ਨ ਸੁਣੀਏ। ਫਸਟ, ਫਿਲ ਦ ਕੰਟੇਨਰ ਵਿਦ ਸੋਇਲ, ਕੰਟੇਨਰ ਨੂੰ ਮਿੱਟੀ ਨਾਲ ਭਰ ਲਓ। ਪਲਾਂਟ ਦ ਸੀਡਸ ਇਨ ਦ ਸੋਇਲ, ਹੁਣ ਉਸ ਮਿੱਟੀ ਵਿੱਚ ਸੀਡਸ ਨੂੰ ਪਲਾਂਟ ਕਰ ਲਓ ਯਾਨੀ ਬੀਜਾਂ ਨੂੰ ਬੋ ਦਿਓ। ਕੀਪ ਦ ਕੰਟੇਨਰ ਐਟ ਅ ਵਾਰਮ ਪਲੇਸ, ਉਸ ਗਮਲੇ ਨੂੰ ਇੱਕ ਨਿੱਘੀ ਜਗ੍ਹਾ ਤੇ ਰੱਖ ਦਿਓ। ਸਨਲਾਈਟ ਇਜ਼ ਗੁੱਡ, ਸੂਰਜ ਦੀ ਰੋਸ਼ਨੀ ਚੰਗੀ ਹੈ, ਬਟ ਟਰਾਈ ਟੂ ਅਵੋਇਡ ਟੂ ਮਚ ਡਾਇਰੈਕਟ ਸਨਲਾਈਟ, ਪਰ ਬਹੁਤ ਜ਼ਿਆਦਾ ਸੂਰਜ ਦੀ ਸਿੱਧੀ ਰੋਸ਼ਨੀ ਤੋਂ ਅਵੋਇਡ ਕਰੋ। ਅ ਵਿੰਡੋ ਸਿਲ ਇਜ਼ ਅ ਗੁੱਡ ਸਪੌਟ, ਵਿੰਡੋ ਸਿਲ ਉਸ ਨੂੰ ਰੱਖਣ ਲਈ ਅੱਛੀ ਜਗ੍ਹਾ ਹੈ। ਵਿੰਡੋ ਸਿਲ ਹੁੰਦੀ ਹੈ ਖਿੜਕੀ ਦੇ ਅੱਗੇ ਜੋ ਪਲੇਨ ਜਗ੍ਹਾ ਹੁੰਦੀ ਹੈ ਉਸ ਨੂੰ ਕਹਿੰਦੇ ਹਨ। ਕੀਪ ਦਾ ਸੋਇਲ ਮੋਇਸਟ ਬਾय ਵਾਟਰਿੰਗ ਇਟ ਐਵਰੀ ਡੇ, ਮਿੱਟੀ ਨੂੰ ਨਮ ਰੱਖੋ ਯਾਨੀ ਗਿੱਲੀ ਰੱਖੋ ਇਸ ਨੂੰ ਰੋਜ਼ ਪਾਣੀ ਦੇ ਕੇ। Be careful not to use too much water, पर ध्यान रखो बहुत ज़्यादा पानी नहीं देना। Record your observations as the seed germinate and seedlings begin to sprout from the seeds. Record your observations. ਹੁਣ ਕੀ ਹੋ ਰਿਹਾ ਉਸ ਨੂੰ ਰਿਕਾਰਡ ਕਰੋ। As the seeds germinate, ਕਿ ਜਦੋਂ ਬੀਜ ਦਾ ਅੰਕੁਰਨ ਹੁੰਦਾ ਹੈ, and seedlings begin to sprout from the seeds, ਅਤੇ ਜਦੋਂ ਬੀਜਾਂ ਤੋਂ ਅੰਕੁਰ ਫੁੱਟਦੇ ਹਨ। Now write all the steps with their description in the grid given below. ਹੁਣ ਸਾਰੇ ਸਟੈਪ ਜੋ ਤੁਹਾਡੇ ਟੀਚਰ ਨੇ ਤੁਹਾਨੂੰ ਦੱਸੇ ਹਨ ਉਹ ਤੁਸੀਂ ਇੱਥੇ ਲਿਖਣੇ ਹਨ ਉਹਨਾਂ ਦੀ ਡਿਸਕ੍ਰਿਪਸ਼ਨ ਦੇ ਨਾਲ। ਫਰਸਟ ਹੋਏਗਾ fill the container with soil. ਸੈਕਿੰਡ ਕੀ ਹੋਏਗਾ plant the seeds in the soil. ਥਰਡ ਕੀ ਹੋਏਗਾ keep the container at a warm place. fourth keep the soil moist. fifth record your observations. activity 11 ਇਹ pair work ਵਿੱਚ ਕਰਨੀ ਹੈ ਯਾਨੀ ਜੋੜੇ ਬਣਾ ਕੇ based on your listening activity and your notes.
dots in the grid above. Discuss with your partner the process of how a seed becomes a plant. ਹੁਣ ਆਪਣੇ ਪਾਰਟਨਰ ਦੇ ਨਾਲ ਇੰਗਲਿਸ਼ ਵਿੱਚ ਡਿਸਕਸ ਕਰੋ ਕਿ ਭਾਈ ਜਿੱਦਾਂ ਅਸੀਂ ਉੱਪਰ ਸਿੱਖਿਆ ਹੈ ਕਿ ਕਿਸ ਤਰ੍ਹਾਂ ਪੌਦਾ ਉਗਾਉਣਾ ਹੈ, ਕਿਸ ਤਰ੍ਹਾਂ ਉਸ ਨੂੰ ਪਾਣੀ ਦੇਣਾ ਹੈ ਤੇ ਕਿੱਥੇ ਉਸ ਨੂੰ ਰੱਖਣਾ ਹੈ। ਓਕੇ, ਉਸ ਬੇਸ ਤੇ ਉਹਦੇ ਨਾਲ ਗੱਲ ਕਰਨੀ ਹੈ ਤੇ ਡਿਸਕਸ਼ਨ ਕੀ ਕਰਨੀ ਹੈ ਕਿ ਇੱਕ ਬੀਜ ਪੌਦਾ ਕਿਵੇਂ ਬਣੇਗਾ। ਯੂ ਕੈਨ ਆਲਸੋ ਟੇਕ ਹਿੰਟਸ ਫਰੋਮ ਦ ਡਾਇਗਰਾਮ ਗਿਵਨ ਬਿਲੋ, ਜਿਹੜੀ ਨੀਚੇ ਇੱਕ ਡਾਇਗਰਾਮ ਦਿੱਤੀ ਹੋਈ ਹੈ, ਚਿੱਤਰ ਦਿੱਤਾ ਹੋਇਆ, ਉਸ ਤੋਂ ਤੁਸੀਂ ਦੇਖ ਕੇ ਵੀ ਡਿਸਕਸ਼ਨ ਆਪਣੀ ਕਰ ਸਕਦੇ ਹੋ। ਠੀਕ ਹੈ। ਨੈਕਸਟ ਪਰਸਨਲ ਲੈਟਰਸ। ਹੁਣ ਪਰਸਨਲ ਲੈਟਰ ਲਿਖਣੇ ਆ, ਨਿੱਜੀ ਚਿੱਠੀ ਪੱਤਰ ਜੋ ਅਸੀਂ ਆਪਣੇ ਦੋਸਤ, ਰਿਸ਼ਤੇਦਾਰ, ਮਿੱਤਰਾਂ ਨੂੰ ਲਿਖਦੇ ਹਾਂ। ਲੈਟਰਸ ਰਿਟਨ ਟੂ ਵਨਸ ਪੇਰੈਂਟਸ, ਰਿਲੇਟਿਵਸ ਐਂਡ ਫਰੈਂਡਸ ਆਰ ਕਾਲਡ ਪਰਸਨਲ ਲੈਟਰਸ। ਜੋ ਆਪਣੇ ਮਾਤਾ ਪਿਤਾ ਨੂੰ ਲਿਖਿਆ ਜਾਵੇ, ਆਪਣੇ ਦੋਸਤਾਂ ਮਿੱਤਰਾਂ ਨੂੰ ਲਿਖਿਆ ਜਾਵੇ, ਓਕੇ, ਜਾਂ ਆਪਣੇ ਰਿਸ਼ਤੇਦਾਰਾਂ ਨੂੰ ਲਿਖਿਆ ਜਾਵੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਪਰਸਨਲ ਲੈਟਰ। ਸੋ ਇਹਦੀ ਰੂਪ ਰੇਖਾ ਕੀ ਹੁੰਦੀ ਹੈ, ਦਾ ਫਾਰਮੈਟ ਕੀ ਹੁੰਦਾ? ਸਭ ਤੋਂ ਪਹਿਲਾਂ ਆਉਂਦਾ ਦਾ ਹੈਡਿੰਗ, ਯੂਅਰ ਐਡਰੈਸ ਐਂਡ ਡੇਟ। ਸੋ ਲੈਫਟ ਸਾਈਡ ਤੋਂ ਆਪਾਂ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਆਪਣਾ ਐਡਰੈਸ ਲਿਖਾਂਗੇ ਤੇ ਉਸ ਤੋਂ ਬਾਅਦ ਉਹਦੇ ਨੀਚੇ ਕੀ ਲਿਖਾਂਗੇ? ਡੇਟ। ਠੀਕ। ਸੈਕੰਡ ਕੀ ਕਰਾਂਗੇ? ਸੈਲੂਟੇਸ਼ਨ। ਸੈਲੂਟੇਸ਼ਨ ਹੁੰਦਾ ਆਪਾਂ ਉਹਨਾਂ ਨੂੰ ਸੰਬੋਧਨ ਕਿੱਦਾਂ ਕਰਨਾ। ਸੈਲੂਟੇਸ਼ਨ ਵਿੱਚ ਅਸੀਂ ਲਿਖਾਂਗੇ ਡੀਅਰ ਅਨੂ, ਡੀਅਰ ਡੈਡੀ, ਡੀਅਰ ਬ੍ਰਦਰ ਐਟਸੈਟਰਾ। ਥਰਡ ਉਹਦੀ ਬੋਡੀ, ਠੀਕ ਹੈ, ਉਹਦੇ ਚ ਲਿਖਣਾ ਕੀ ਹੈ? ਵਾਟ ਐਵਰ ਯੂ ਵਾਂਟ ਟੂ ਟੈਲ, ਕੀ ਤੁਸੀਂ ਦੱਸਣਾ ਚਾਹੁੰਦੇ ਹੋ। ਓਕੇ। ਫੋਰਥ ਹੈ ਉਹਦੀ ਐਂਡਿੰਗ। ਐਂਡਿੰਗ ਕਿੱਦਾਂ ਕਰੋਗੇ ਕਿ ਜੇ ਤਾਂ ਤੁਸੀਂ ਆਪਣੇ ਪੇਰੈਂਟਸ ਤੇ ਸਿਬਲਿੰਗਸ ਨੂੰ ਲਿਖਣਾ, ਸਿਬਲਿੰਗਸ ਕੀ ਹੁੰਦੇ ਆ? ਭੈਣ ਭਰਾ, ਉਹਨਾਂ ਦੀ ਲਿਖੋਗੇ ਯੂਅਰਸ ਅਫੈਕਸ਼ਨੇਟਲੀ, ਜਾਂ ਲਿਖੋਗੇ ਯੂਅਰ ਅਫੈਕਸ਼ਨੇਟ ਸਨ, ਜਾਂ ਲਿਖੋਗੇ ਯੂਅਰਸ ਲਵਿੰਗਲੀ, ਯੂਅਰ ਲਵਿੰਗ ਸਨ। ਤੇ ਜੇ ਫਰੈਂਡਸ ਨੂੰ ਲਿਖਣਾ ਹੋਵੇ ਜਾਂ ਕਿਸੇ ਜਾਣਕਾਰ ਨੂੰ ਲਿਖਣਾ ਹੋਵੇ, ਯੂਅਰਸ ਸਿੰਸੀਅਰ। ਸੋ ਇੱਕ ਨਮੂਨਾ, ਸਪੈਸੀਮਨ। ਸਪੈਸੀਮਨ ਕੀ ਹੁੰਦਾ? ਨਮੂਨਾ। ਪਰਸਨਲ ਲੈਟਰ ਦਾ ਤੁਹਾਡੇ ਸਾਹਮਣੇ ਹੈ। ਔਰ ਲੈਟਰ ਕਿਹੜੀ ਹੈ? ਰਾਈਟ ਅ ਲੈਟਰ ਟੂ ਯੂਰ ਫਰੈਂਡ ਇਨਵਾਈਟਿੰਗ ਹਿਮ ਟੂ ਅਟੈਂਡ ਦ ਵੈਡਿੰਗ ਪਾਰਟੀ ਆਫ ਯੂਰ ਐਲਡਰ ਬ੍ਰਦਰ। ਆਪਣੇ ਦੋਸਤ ਨੂੰ ਚਿੱਠੀ ਲਿਖੋ, ਤੁਸੀਂ ਉਹਨੂੰ ਬੁਲਾਉਣਾ ਚਾਹੁੰਦੇ ਹੋ ਕਿ ਉਹ ਤੁਹਾਡੇ ਵੱਡੇ ਬ੍ਰਦਰ ਦੀ ਵੈਡਿੰਗ ਪਾਰਟੀ ਨੂੰ ਅਟੈਂਡ ਕਰੇ। ਸੋ ਕੀ ਕਰਨਾ? ਸਭ ਤੋਂ ਪਹਿਲਾਂ ਆਪਣਾ ਐਡਰੈਸ, ਫਿਰ ਡੇਟ, ਫਿਰ ਉਸ ਤੋਂ ਬਾਅਦ ਸੈਲੂਟੇਸ਼ਨ, ਜਿਹਨੂੰ ਤੁਸੀਂ ਚਿੱਠੀ ਲਿਖਣਾ ਚਾਹੁੰਦੇ ਹੋ, ਡੀਅਰ ਹਰੀਸ਼, ਫਿਰ ਇੱਕ ਲਾਈਨ ਛੱਡ ਦਿਓ, ਫਿਰ ਉਹਦੀ ਬੋਡੀ। ਠੀਕ ਹੈ। ਮਾਈ ਐਲਡਰ ਬ੍ਰਦਰਸ ਵੈਡਿੰਗ ਸੈਰੇਮਨੀ ਵਿਲ ਟੇਕ ਪਲੇਸ ਔਨ ਫੈਬ 16। 16 ਫਰਵਰੀ ਨੂੰ ਵੱਡੇ ਭਰਾ ਦੇ ਵਿਆਹ ਦੀ ਸੈਰੇਮਨੀ ਹੋਣ ਜਾ ਰਹੀ ਹੈ। ਵੀ ਵਿਲ ਆਲ ਗੋ ਟੂ ਅੰਮ੍ਰਿਤਸਰ ਫॉर ਦ ਵੈਡਿੰਗ। ਅਸੀਂ ਸਾਰੇ ਅੰਮ੍ਰਿਤਸਰ ਜਾਵਾਂਗੇ ਵਿਆਹ ਲਈ। ਆਈ ਵਾਂਟ ਯੂ ਟੂ ਗੋ ਵਿਦ ਅਸ। ਮੈਂ ਚਾਹੁੰਦਾ ਹਾਂ ਕਿ ਤੂੰ ਸਾਡੇ ਨਾਲ ਚੱਲੇ। ਵੀ ਹੈਵ ਹਾਇਰਡ ਅ ਬੱਸ। ਅਸੀਂ ਇੱਕ ਬੱਸ ਕਿਰਾਏ ਤੇ ਲੈ ਲਈ ਹੈ। ਵੀ ਸ਼ੈਲ ਆਲਸੋ ਟੇਕ ਆਊਟ ਟਾਈਮ ਟੂ ਸੀ ਦ ਗੋਲਡਨ ਟੈਂਪਲ। ਅਸੀਂ ਦਰਬਾਰ ਸਾਹਿਬ ਜਾਣ ਲਈ ਵੀ ਸਮਾਂ ਕੱਢਾਂਗੇ। ਪਲੀਜ਼ ਡੂ ਰੀਚ ਲੁਧਿਆਣਾ ਬਾਏ ਫੈਬ 15। ਕਿਰਪਾ ਕਰਕੇ 15 ਫਰਵਰੀ ਤੱਕ ਲੁਧਿਆਣੇ ਜ਼ਰੂਰ ਪਹੁੰਚ ਜਾਓ। ਵੀ ਵਿਲ ਬੀ ਗਲੈਡ ਟੂ ਸੀ ਯੂ ਹੇਅਰ। ਅਸੀਂ ਤੈਨੂੰ ਇੱਥੇ ਦੇਖ ਕੇ ਬਹੁਤ ਖੁਸ਼ ਹੋਵਾਂਗੇ। ਵਿਦ ਲਵ, ਪਿਆਰ ਦੇ ਨਾਲ। ਠੀਕ ਹੈ। ਐਂਡਿੰਗ ਕਿੱਦਾਂ ਕਰਾਂਗੇ? ਯੂਅਰਸ ਲਵਿੰਗਲੀ ਸੁਨੀਲ। ਓਕੇ। ਹੁਣ ਇੱਕ ਲੈਟਰ ਅਸੀਂ ਆਪਣੇ ਆਪ ਲਿਖਾਂਗੇ। ਇਮੇਜਿਨ ਦੈਟ ਯੂ ਆਰ ਨੀਰਜ। ਮੰਨ ਲਓ ਤੁਸੀਂ ਨੀਰਜ ਹੋ। ਰਾਈਟ ਅ ਲੈਟਰ ਟੂ ਯੂਅਰ ਕਜ਼ਨ ਟੈਲਿੰਗ ਹਿਮ ਔਰ ਹਰ ਹਾਊ ਯੂ ਹੈਲਪਡ ਅ ਫਰੈਂਡ ਟੂ ਓਵਰਕਮ ਹਿਸ ਹੈਬਿਟ ਆਫ ਯੂਜ਼ਿੰਗ ਬੈਡ ਲੈਂਗੁਏਜ। ਆਪਣੇ ਕਜ਼ਨ ਨੂੰ ਇੱਕ ਚਿੱਠੀ ਲਿਖੋ, ਉਹ 'ਚ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਫਰੈਂਡ ਦੀ ਹੈਲਪ ਕੀਤੀ ਉਸ ਦੀ ਇੱਕ ਬਹੁਤ ਬੁਰੀ ਆਦਤ ਛੁਡਾਉਣ ਵਿੱਚ। ਯੂ ਮੇ ਸ਼ੇਅਰ ਵਿਦ ਯੂਅਰ ਫਰੈਂਡ ਦ ਆਈਡੀਆ ਯੂ ਯੂਜ਼ਡ ਟੂ ਸਟਾਪ ਹਿਮ ਫਰੋਮ ਯੂਜ਼ਿੰਗ ਬੈਡ ਲੈਂਗੁਏਜ। ਤੁਸੀਂ ਆਪਣੇ ਦੋਸਤ ਨਾਲ ਉਹ ਆਈਡੀਆ ਵੀ ਸ਼ੇਅਰ ਕਰ ਸਕਦੇ ਹੋ ਜਿਹੜਾ ਤੁਸੀਂ ਵਰਤਿਆ ਆਪਣੇ ਦੋਸਤ ਦੀ ਗਾਲਾਂ ਕੱਢਣ ਦੀ ਆਦਤ ਨੂੰ ਛੁਡਾਉਣ ਲਈ। ਸੋ ਇਹ ਲੈਟਰ ਅਸੀਂ ਅਗਲੀ ਵੀਡੀਓ 'ਚ ਕਰਾਂਗੇ। ਨਾਓ ਐਕਟੀਵਿਟੀ 13, ਲੁੱਕ ਐਟ ਦ ਪਿਕਚਰ ਗਿਵਨ ਬਿਲੋ। ਨੀਚੇ ਦਿੱਤੀ ਹੋਈ ਪਿਕਚਰ ਦੇਖੋ। ਇਨ ਦਾ ਗਿਵਨ ਸਪੇਸ, ਦਿੱਤੀ ਹੋਈ ਜਗ੍ਹਾ ਵਿੱਚ ਡਿਸਕ੍ਰਾਈਬ ਵਾਟ ਇਜ਼ ਹੈਪਨਿੰਗ। ਇਹ ਵਰਣਨ ਕਰੋ ਕਿ ਕੀ ਵਾਪਰ ਰਿਹਾ ਹੈ ਇਨ ਦਾ ਪਿਕਚਰ, ਇਸ ਪਿਕਚਰ ਵਿੱਚ। ਹੁਣ ਅਸੀਂ ਪਿਕਚਰ 'ਚ ਕੀ ਦੇਖ ਰਹੇ ਹਾਂ? ਵਾਟਰ ਸਾਈਕਲ। ਠੀਕ ਹੈ। ਜਲ ਚੱਕਰ, ਕਿ ਪਾਣੀ ਕਿੱਥੋਂ ਆਉਂਦਾ ਹੈ ਫਿਰ ਕਿੱਥੋਂ ਜਾਂਦਾ ਹੈ। ਠੀਕ ਹੈ। ਸਭ ਤੋਂ ਪਹਿਲਾਂ ਇੱਕ ਜਗ੍ਹਾ ਪਾਣੀ ਇਕੱਠਾ ਹੋਇਆ। ਠੀਕ ਹੈ। ਸੋ ਇਕੱਠਾ ਕਿੱਥੇ ਹੁੰਦਾ? ਸਮੁੰਦਰ ਵਿੱਚ। ਠੀਕ ਹੈ। ਮੰਨ ਲਓ ਇਹ ਜਿੱਥੇ ਕਲੈਕਸ਼ਨ ਹੋਈ ਹੈ ਉਹ ਕੀ ਹੈ? ਸਮੁੰਦਰ। ਸੀ ਤੋਂ ਕੀ ਹੋਇਆ? ਸੂਰਜ ਦੀਆਂ ਕਿਰਨਾਂ ਉੱਥੇ ਪਈਆਂ ਤੇ ਪਾਣੀ ਵਾਸ਼ਪੀਕਰਨ ਹੋ ਗਿਆ, ਯਾਨੀ ਇਵੈਪੋਰੇਟ ਹੋ ਗਿਆ। ਇਵੈਪੋਰੇਸ਼ਨ ਹੋਈ, ਉਸ ਤੋਂ ਬਾਅਦ ਉੱਪਰ ਗਿਆ ਪਾਣੀ, ਫਿਰ ਕੰਡੈਂਸ ਹੋ ਗਿਆ, ਯਾਨੀ ਸੰਘਣਾ ਹੋ ਗਿਆ। ਜਦੋਂ ਸੰਘਣਾ ਹੋ ਗਿਆ ਤੇ ਕੀ ਬਣ ਗਏ? ਬੱਦਲ। ਬੱਦਲ ਤੋਂ ਬਾਅਦ ਫਿਰ ਕੀ ਹੋਇਆ? ਪ੍ਰੈਸਿਪੀਟੇਸ਼ਨ। ਜਦੋਂ ਜ਼ਿਆਦਾ ਸੰਘਣੇ ਹੋ ਗਏ ਉਸ ਤੋਂ ਬਾਅਦ ਪਾਣੀ ਜਿਹੜਾ ਸੀ ਵਹਿ ਤੁਰਿਆ ਤੇ ਫਿਰ ਉਹ ਨਦੀਆਂ ਨਾਲਿਆਂ ਵਿੱਚ ਚਲਾ ਗਿਆ। ਨਦੀਆਂ ਨਾਲਿਆਂ ਤੋਂ ਵਹਿੰਦਾ ਹੋਇਆ ਪਾਣੀ ਫਿਰ ਉਸੇ ਜਗ੍ਹਾ ਤੇ ਕਲੈਕਸ਼ਨ ਤੇ ਆ ਗਿਆ, ਯਾਨੀ ਸਮੁੰਦਰ ਵਿੱਚ। ਠੀਕ ਹੈ। ਸੋ ਇਹ ਵਾਟਰ ਸਾਈਕਲ ਹੈ। ਇਹਨੂੰ ਆਪਾਂ ਨੀਚੇ describe करना है। The water is evaporated from the sea with the help of sun, and after evaporation it is condensed in the shape of clouds, and after that when it rains it again comes back to the rivers and streams, and the rivers pave their ways to the ocean। pave their way ਹੁੰਦਾ ਕਿ ਆਪਣਾ ਰਾਹ ਨਾਪਦੀਆਂ ਹਨ। ਠੀਕ ਹੈ, ਸਮੁੰਦਰ ਵੱਲ ਨੂੰ। ਸੋ ਇਹ ਸੀ ਸਾਡਾ ਲੈਸਨ। ਆਈ ਹੋਪ ਤੁਸੀਂ ਇਹਨੂੰ ਇੰਜੋਏ ਕੀਤਾ ਹੋਵੇਗਾ ਤੇ ਇੰਗਲਿਸ਼ ਅੱਗੇ ਨਾਲੋਂ ਜ਼ਰੂਰ ਸੌਖੀ ਲੱਗਣੀ
ਲੱਗਣੀ ਸ਼ੁਰੂ ਹੋ ਗਈ ਹੋਏਗੀ। ਸੋ ਮਿਲते ਹਾਂ ਨੈਕਸਟ ਲੈਸਨ 11th देयर वाज अ नॉटी बॉय एक पोएम है, बहुत मजेदार पोएम होएगी। मिलते हैं नेक्स्ट वीडियो च, तद तक मैनू दियो इजाजत। मैं परमजोत सिंह, थैंक यू वेरी मच।